ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਜਿਹੜਾ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਮੈਂ ਸੈਨ ਹੋਜ਼ੇ ਸਟੂਡੀਓ ਤੋਂ ਹੀ ਜੁੜਿਆ ਹੋਇਆ ਅਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਜੇ ਘਰ ਖਰੀਦਣਾ ਵੇਚਣਾ ਹੋਵੇ। ਇਸ ਦੇ ਨਾਲ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਘਰਾਂ ਦੇ ਲੋਨਸ ਦੇ ਲਈ ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575 5590525575 ਅਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ 415-909-0503-415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਡਰੀਮਰਸ ਐਕਟ ਆ ਉਹਦੇ ਸੰਬੰਧ ਦੇ ਵਿੱਚ ਕੱਲ੍ਹ ਕਾਂਗਰਸ ਨੇ 228 ਦੇ ਮੁਕਾਬਲੇ 197 ਦੇ ਨਾਲ ਉਹਨੂੰ ਪਾਸ ਕੀਤਾ ਹੈਗਾ US ਹਾਊਸ 'ਚ। ਇਸੇ ਤਰ੍ਹਾਂ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਐਕਟ, ਜਿਹਦੇ ਵਿੱਚ 247 ਹੱਕ 'ਚ ਆਏ ਅਤੇ 174 ਅਗੇਂਸਟ ਆਏ। ਸੋ ਜਿਹਦੇ ਵਿੱਚ 30 ਰਿਪਬਲਿਕਨ ਵੀ ਸੀ। ਸੋ ਇਹਦੇ ਨਾਲ ਕਹਿੰਦੇ ਵੀ 2.3 ਮਿਲੀਅਨ ਲੋਕ ਜਿਹੜੇ ਪੱਕੇ ਹੋ ਸਕਦੇ। ਇਹ ਤੋਂ ਬਾਅਦ ਹੁਣ ਇਹ ਸੈਨੇਟ ਜਾਊਗਾ, ਸੈਨੇਟ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਦੇ ਸਾਈਨ ਹੋਊਗੇ। ਸੋ ਇਹਦੇ ਬਾਰੇ ਕੱਲ੍ਹ ਆਪਾਂ ਇੱਕ ਸਪੈਸ਼ਲ ਇੰਟਰਵਿਊ ਕੀਤੀ ਸੀ ਜੇ ਤਿਰਕੀਆਣਾ ਜਿਹੜੇ ਅਟੋਰਨੀ ਹੈਗੇ ਆ, ਉਹ ਫੇਸਬੁੱਕ YouTube 'ਤੇ ਵੀ ਪਈ ਆ, ਪਰ ਇੱਕ ਵਾਰੀ ਫਿਰ ਜਿਹੜੇ ਕੋਈ ਮਿਸ ਕਰ ਗਏ, ਅੱਜ ਦੁਪਹਿਰ ਨੂੰ 12 ਵਜੇ ਕੈਲੀਫੋਰਨੀਆ ਦੇ ਟਾਈਮ ਦੇ ਮੁਤਾਬਕ 12:30 ਵਜੇ ਤੁਸੀਂ ਸੁਣ ਸਕਦੇ ਹੋ। ਜੀ ਬਿਲਕੁਲ। ਅਤੇ ਉੱਦਾਂ YouTube ਫੇਸਬੁੱਕ ਦੇ ਉੱਤੇ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਉਹ ਪਈ ਹੈਗੀ ਆ। ਪੋਡਕਾਸਟ ਦੇ ਵਿੱਚ ਵੀ ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਜਿਹੜੀ ਉਹ ਤੁਹਾਨੂੰ ਸੁਣਨ ਨੂੰ ਜਿਹੜੀ ਉਹ ਮਿਲ ਜਾਊਗੀ। ਅਤੇ ਪਰ ਜਿਹੜੇ ਰੇਡੀਓ ਦੇ ਉੱਤੇ ਮਿਸ ਕਰ ਗਏ ਆ ਉਹਨਾਂ ਦੇ ਲਈ ਰੇਡੀਓ ਨੈਟਵਰਕ ਦੇ ਉੱਤੇ ਜਿਹੜੀ ਆ ਅੱਜ ਦੁਪਹਿਰ 12:30 ਵਜੇ ਕੈਲੀਫੋਰਨੀਆ ਟਾਈਮ, ਸੋ ਆਪੋ ਆਪਣੇ ਸਮੇਂ ਦੇ ਮੁਤਾਬਕ ਜਿਹੜਾ ਜੀ ਉਹ ਉਸ ਦੇ ਵਿੱਚ ਸੁਣ ਲਿਓ। ਉਹਦੇ ਵਿੱਚ ਉਹਨਾਂ ਨੇ ਕੀ ਸ਼ਰਤਾਂ ਜਿਹੜੀਆਂ ਉਸ ਦੇ ਵਿੱਚ ਰੱਖੀਆਂ ਆ, ਕਿੰਨੀ ਕੁ ਸੰਭਾਵਨਾ ਹੈਗੀ ਇਸ ਬਿੱਲ ਨੂੰ ਕਾਨੂੰਨ ਬਣਨ ਦੀ, ਹੋਰ ਜਿਹੜੇ ਐਮਨੈਸਟੀ ਬਿੱਲ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਉਸ ਦੇ ਉੱਤੇ ਕੀ ਵਿਚਾਰ ਨੇ, ਕੀ ਕੁਛ ਚੱਲ ਰਿਹਾ ਹੈਗਾ, ਉਸ ਦੇ ਬਾਰੇ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਆ। ਅਤੇ ਬਾਕੀ ਕੱਲ੍ਹ ਨੂੰ ਸਵੇਰ ਨੂੰ ਵੀ ਜਿਹੜਾ ਇਮੀਗ੍ਰੇਸ਼ਨ ਦਾ ਸ਼ਨੀਚਰਵਾਰ ਨੂੰ ਪ੍ਰੋਗਰਾਮ ਹੁੰਦਾ ਆ, ਉਸ ਦੇ ਵਿੱਚ ਵੀ ਜਿਹੜੀ ਵਿਸ਼ੇਸ਼ ਜਾਣਕਾਰੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਸੋ ਇਹ ਜ਼ਰੂਰ ਸੁਣਿਓ। ਇਸ ਦੇ ਨਾਲ ਆਪਾਂ ਜਿੱਦਾਂ ਰੀਗਨ ਪ੍ਰਸ਼ਾਸਨ ਦੇ ਵਿੱਚ ਦੇਖਿਆ ਸੀ ਵੀ ਲੱਖਾਂ ਹੀ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕਹਿ ਲਓ ਵੀ ਦਸਤਾਵੇਜ਼ ਨਹੀਂ ਸੀਗਾ, ਉਹ ਦਸਤਾਵੇਜ਼ੀ ਬਣ ਕੇ ਗ੍ਰੀਨ ਕਾਰਡ ਹੋਏ, ਉਹਨਾਂ ਦੇ ਪਰਿਵਾਰ ਇੱਥੇ ਆਏ ਆ। ਹੁਣ ਸਾਰੇ ਜਾਣੇ ਜਿਹੜੇ ਆ ਚੰਗੀ ਜ਼ਿੰਦਗੀ ਦੇ ਵੱਲ ਨੂੰ ਜਿਹੜਾ ਉਹ ਵਧੇ ਹੋਏ ਆ। ਸੋ ਇਸੇ ਤਰੀਕੇ ਦੇ ਨਾਲ ਇਹ ਵੀ ਇੱਕ ਉਮੀਦ ਆਸ ਜਿਹੜੀ ਆ ਉਹਨਾਂ ਲੋਕਾਂ ਦੇ ਲਈ ਜਿਹੜੀ ਆ ਉਹ ਬੱਝੀ ਹੈਗੀ ਆ। ਸੋ ਅਜੇ ਬਿੱਲ ਕਾਨੂੰਨ ਨਹੀਂ ਬਣਿਆ, ਇਹ ਤੁਹਾਨੂੰ ਅਸੀਂ ਬਾਰ-ਬਾਰ ਦੱਸਦੇ ਜਾਈਏ। ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਸੁਣਦੇ ਰਹੋ, ਤੁਹਾਨੂੰ ਪੁਖਤਾ ਅਤੇ ਸਹੀ ਜਿਹੜੀ ਜਾਣਕਾਰੀ ਆ ਇਸ ਦੇ ਬਾਬਤ ਦੇਵਾਂਗੇ। ਕੋਈ ਇਸ ਦੇ ਵਿੱਚ ਕਲਿੱਕ ਵੇਟ ਨਹੀਂ ਅਸੀਂ ਦੇਣਾ ਵੀ ਹਾਂ ਜੀ ਆ ਜਾਓ ਜੀ ਚੱਕ ਤਾਂ ਕੰਮ ਜੀ ਹੋ ਗਏ ਪੱਕੇ, ਇੱਦਾਂ ਦੀ ਕੋਈ ਗੱਲ ਨਹੀਂ। ਜਿੰਨੀ ਦੇਰ ਤੱਕ ਇਹ ਕਾਨੂੰਨ ਪੂਰਾ ਬਣ ਨਹੀਂ ਜਾਂਦਾ ਉਨੀ ਦੇਰ ਤੱਕ ਤੁਹਾਨੂੰ ਜਿਹੜਾ ਆਪਾਂ ਨਾਲ ਦੇ ਨਾਲ ਜਿਹੜੀਆਂ ਜਾਣਕਾਰੀਆਂ ਦਿੰਦਾ ਰਹਾਂਗੇ ਵੀ ਬਣਿਆ ਨਹੀਂ ਬਣਿਆ, ਕੀ ਮੁਸ਼ਕਿਲਾਂ ਨੇ, ਕੀ ਔਕੜਾਂ ਨੇ, ਜਾਂ ਹੁਣ ਜਿਹੜਾ ਕੰਮ ਬਿਲਕੁਲ ਸਿਰੇ ਦੇ ਉੱਤੇ ਹੈਗਾ ਹੈ। ਸੋ ਬਿਲਕੁਲ, ਮੈਂ ਈਵਨ ਅੱਜ ਵੀ ਸੋਸ਼ਲ ਮੀਡੀਆ 'ਤੇ ਪੜ੍ਹ ਰਿਹਾ ਸੀ, ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੇ ਇੰਡੀਆ ਦੇ ਚੈਨਲ ਇੱਦਾਂ ਸ਼ੋਅ ਕਰ ਰਿਹਾ ਵੀ 5 ਲੱਖ ਇੰਡੀਅਨ ਜਿਹੜੇ ਅਨਡਾਕੂਮੈਂਟਡ ਆ ਉਹ ਪੱਕੇ ਹੋ ਜਾਣੇ ਆ। ਹੁਣ ਦੇਖੋ ਵੀ 5 ਲੱਖ ਉਹ ਖੇਤਾਂ 'ਚ ਕੰਮ ਕਰਦੇ ਆ। ਸੋ ਇਹ ਧਿਆਨ ਜਿਹੜੀ ਪ੍ਰੋਫੈਸ਼ਨਲ ਆਪਾਂ ਜਿਹੜੀ ਜੇ ਤਿਰਕੀਆਣਾ ਜਿਹੜੇ ਅਟੋਰਨੀ ਆ ਉਹਨਾਂ ਦੇ ਨਾਲ ਜਿਹੜੇ ਪ੍ਰੋਫੈਸ਼ਨਲ ਹੈਗੇ ਉਹ ਗੱਲ ਕਰਦੇ ਆ, ਹਰ ਸ਼ਨੀਚਰਵਾਰ ਆਉਂਦੇ ਆ। ਅਤੇ ਈਵਨ ਜੇ ਕੋਈ ਬ੍ਰੇਕਿੰਗ ਨਿਊਜ਼ ਵਿੱਚ ਆਉਂਦੀ ਆ ਉਹਨਾਂ ਨੂੰ ਸਪੈਸ਼ਲ ਲੈ ਆਉਂਦੇ ਆ। ਸੋ ਉਹ ਧਿਆਨ ਦੇ ਨਾਲ ਸੁਣਿਆ ਕਰੋ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ ਦੇ ਮਾਮਲੇ ਦੇ ਵਿੱਚ ਹੁਣ CDC ਨੇ ਆਪਣੀਆਂ ਨਵੀਆਂ ਜਿਹੜੀਆਂ ਸ਼ਰਤਾਂ ਆ ਜਾਂ ਸਿਫਾਰਸ਼ਾਂ ਜਿਹੜੀਆਂ ਆ ਉਹ ਦੱਸੀਆਂ ਨੇ।
ਸਕੂਲਾਂ ਦੇ ਵਿੱਚ ਹੁਣ ਉਹਨਾਂ ਨੇ ਕਿਹਾ ਹੈ ਵੀ 3 ਫੁੱਟ ਦੀ ਦੂਰੀ ਜੇ ਮਾਸਕ ਪਾ ਕੇ ਰੱਖਦੇ ਆ ਤਾਂ ਉਹ ਹੁਣ ਸੁਰੱਖਿਅਤ ਜਿਹੜੀ ਉਹ ਮੰਨੀ ਜਾਵੇਗੀ। ਸੋ 6 ਫੁੱਟ ਤੋਂ ਘਟਾ ਕੇ ਉਹਨਾਂ ਨੇ 3 ਫੁੱਟ ਦਾ ਫਾਸਲਾ ਜਿਹੜਾ ਉਹ ਕੀਤਾ ਆ। ਸੋ ਇਹਦੇ ਨਾਲ ਇਹ ਆ ਵੀ ਜਿੱਥੇ ਘੱਟ ਵਿਦਿਆਰਥੀ ਇੱਕ ਕਲਾਸ ਦੇ ਵਿੱਚ ਹੋਣਗੇ ਉੱਥੇ ਇਦਾਂ ਕਰਨ ਦੇ ਨਾਲ ਜਿੰਨੇ ਉਹ ਹੁਣ ਅਕੋਮੋਡੇਟ ਕਰ ਸਕਦੇ ਆ ਉਹਦੇ ਵਿੱਚ ਬੇਸਿਕਲੀ ਡਬਲ ਹੋ ਜਾਊਗਾ। ਆਈ ਥਿੰਕ ਜਦੋਂ ਜਿਹੜੀ ਇੱਕ ਬੈਂਚ ਤੇ ਹਰਜੋਤ ਸਿੰਘ ਜੀ ਦੂਜੇ ਬੈਂਚ ਦੇ ਵਿੱਚ 3 ਫੁੱਟ ਦਾ ਫਾਸਲਾ ਅਮੂਮਨ ਹੀ ਹੁੰਦਾ ਆ। ਸੋ ਬੇਸਿਕਲੀ ਇਨ ਬੈਕ ਟੂ ਨਾਰਮਲ ਵਾਲੀ ਗੱਲ ਹੀ ਜਿਹੜੀ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਜਿਹੜੀ ਉਹ ਆਪਾਂ ਨੂੰ ਨਜ਼ਰ ਆਵੇਗੀ। CDC ਦੇ ਡਾਇਰੈਕਟਰ ਡਾਕਟਰ ਰੋਸ਼ੈਲ ਵਲੈਂਸਕੀ ਉਹਨਾਂ ਨੇ ਜਿਹੜੀ ਕੱਲ੍ਹ ਇਸ ਦੇ ਬਾਰੇ ਰਾਤ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਸੀਗੀ। ਸੋ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੱਚੇ ਆ ਉਹਨਾਂ ਦਾ ਡਿਸਟੈਂਸ 3 ਫੁੱਟ ਹੀ ਆ, ਪਰ ਜਿਹੜੇ ਅਡਲਟ ਆ ਜੇ ਉਹਨਾਂ 'ਚ ਟੀਚਰ ਵੀ ਆਉਂਦੇ ਉਹ 6 ਫੁੱਟ ਦੂਰੀ ਤੇ ਰਹਿਣਗੇ ਜੀ। ਤੇ ਅਗਲੀ ਖਬਰ ਜਿਹੜੀ US ਚਾਈਨਾ ਦੇ ਰਿਲੇਸ਼ਨ ਨੂੰ ਲੈ ਕੇ ਹੈਗੀ ਆ। ਅਲਾਸਕਾ ਦੇ ਵਿੱਚ ਜਿਹੜੇ US ਦੇ ਤੇ ਚਾਈਨਾ ਦੇ ਡਿਪਲੋਮੈਟਸ ਜਿਹੜੇ ਆ ਕੱਲ੍ਹ ਇਕੱਠੇ ਹੋਏ ਤੇ ਜਿਹੜੇ ਇਹਨਾਂ ਦੇ ਵਿੱਚ ਕਾਫੀ ਗਰਮਾ ਗਰਮੀ ਰਹੀ। US ਦੇ ਸੈਕਟਰੀ ਜਿਹੜੇ ਐਂਟਨੀ ਬਲਿੰਕਨਸ ਆ ਉਹਨਾਂ ਨੇ ਚਾਈਨਾ ਤੇ ਚਾਰਜਸ ਲਾਏ ਹੈਗੇ ਆ ਵੀ ਤੁਸੀਂ ਜਿਹੜੇ ਊਗਰ ਮੁਸਲਿਮਸ ਆ ਉਹਨਾਂ ਨਾਲ ਧੱਕਾ ਕਰ ਰਹੇ ਆ। ਉਧਰ ਚਾਈਨਾ ਵਾਲਿਆਂ ਨੇ ਕਿਹਾ ਵੀ USA ਜਿਹੜਾ ਆ ਕਈ ਮੁਲਕਾਂ ਨੂੰ ਉਕਸਾ ਰਿਹਾ ਵੀ ਚਾਈਨਾ ਤੇ ਅਟੈਕ ਕਰੋ, ਪਲੱਸ ਸਾਡੇ ਨਾਲ ਜਿਹੜਾ ਕਹਿੰਦੇ ਵੀ ਪਿਛਲੇ ਪ੍ਰਸ਼ਾਸਨ ਨੇ ਧੱਕਾ ਕੀਤਾ ਸੀ, ਟੈਰਿਫ ਇੰਨਾ ਲਾਇਆ ਗਿਆ ਉਸ ਨੂੰ ਰਿਮੂਵ ਕਰੋ। ਜਿਹੜੀ UI ਕੰਪਨੀ ਹੈਗੀ ਆ ਉਹਨੂੰ ਬੈਨ ਕੀਤਾ ਗਿਆ ਆ, ਉਹਦੇ ਤੇ ਬੈਨ ਵੀ ਜਿਹੜਾ ਠਾਇਆ ਜਾਵੇ। ਜੀ। ਕੱਲ ਪਰਸੋਂ ਦੇ ਵਿੱਚ ਸਾਡੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਰੂਸ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੂੰ ਜਿਹੜਾ ਕਿਲਰ ਜਿਹੜਾ ਉਹ ਕਹਿ ਦਿੱਤਾ। ਇਸ ਦੇ ਉੱਤੇ ਜਿਹੜੇ ਰਸ਼ੀਆ ਵਾਲਿਆਂ ਦੇ ਕਾਫੀ ਸਖਤ ਜਿਹੜਾ ਉਹ ਬਿਆਨ ਆਇਆ। ਕਹਿੰਦੇ ਵੀ ਇੱਦਾਂ ਦਾ ਬਿਆਨ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਆ ਤੇ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਤੇ ਹੋ ਸਕਦਾ ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜਾ ਹੁਣ ਤਣਾਅ ਆ ਉਹ ਵਧੇ। ਉਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਮੁਸ਼ਕਿਲ ਬਾਈਡਨ ਪ੍ਰਸ਼ਾਸਨ ਦੇ ਲਈ ਹੋਰ ਵੱਧ ਸਕਦੀ ਆ। ਉੱਦਾਂ ਉਹਨਾਂ ਨੇ ਚੇਤਾਵਨੀ ਜਿਹੜੀ ਆ ਨਾਰਥ ਕੋਰੀਆ ਨੂੰ ਦੇ ਦਿੱਤੀ ਹੈ। ਨਾਰਥ ਕੋਰੀਆ ਨੇ ਸਾਊਥ ਕੋਰੀਆ ਦੇ ਵਿੱਚ ਹੋ ਰਹੀਆਂ ਜਿਹੜੀਆਂ ਡਰਿਲਸ ਸੀਗੀਆਂ ਫੌਜੀ ਜਿਹੜੇ ਅਭਿਆਸ ਆ ਉਹਨਾਂ ਦੀ ਫੌਜ ਦੇ ਨਾਲ ਮਿਲ ਕੇ ਸਾਊਥ ਕੋਰੀਆ ਵਾਲਿਆਂ ਦੇ ਨਾਲ ਉਸ ਦੇ ਉੱਤੇ ਇਤਰਾਜ਼ ਜਤਾਇਆ ਸੀ ਨਾਰਥ ਕੋਰੀਆ ਵਾਲਿਆਂ ਨੇ। ਤੇ ਸਾਡੇ ਜਿਹੜੇ ਨਵੇਂ ਬਣੇ ਡਿਫੈਂਸ ਸਕੱਤਰ ਹੈਗੇ ਨੇ ਜਨਰਲ ਲੋਇਡ ਉਹਨਾਂ ਨੇ ਕਿਹਾ ਆ ਵੀ ਅਸੀਂ ਰਾਤ ਨੂੰ ਹੀ ਜੰਗ ਦੇ ਲਈ ਤਿਆਰ ਹੈਗੇ ਆ। ਜਿਹੜੇ ਨਾਰਥ ਕੋਰੀਆ ਵਾਲੇ ਆ ਬਹੁਤੇ ਜਿਹੜੀ ਆ ਉਹ ਛਾਲਾਂ ਨਾ ਮਾਰਨ। ਸੋ ਇਹ ਹੁਣ ਦੇਖਣਾ ਹੋਊਗਾ ਵੀ ਤਿੰਨ ਫਰੰਟਾਂ ਦੇ ਤੇ ਹਰਜੋਤ ਸਿੰਘ ਜੀ ਇਸ ਟਾਈਮ ਬਿਲਕੁਲ ਪੇਚਾ ਸਿੰਘ ਜਿਹੜੇ ਫਸੇ ਪਏ ਆ ਬਾਈਡਨ ਪ੍ਰਸ਼ਾਸਨ ਦੇ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਇਸ ਚੀਜ਼ ਨੂੰ ਜਿਹੜਾ ਹੁਣ ਨਜਿੱਠਣਗੇ। ਤੇ ਉਧਰ ਜੇ ਡੋਮੈਸਟਿਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਸਦਰਨ ਬਾਰਡਰ ਦੇ ਉੱਤੇ ਜਿਹੜੇ ਬੱਚਿਆਂ ਦੀ ਆ ਰਹੀ ਭਰਮਾਰ ਆ ਉਸ ਨੂੰ ਲੈ ਕੇ ਜਿਹੜਾ ਬਾਈਡਨ ਪ੍ਰਸ਼ਾਸਨ ਬਹੁਤ ਕਸੂਤਾ ਫਸਿਆ ਆ। ਇਹ ਉਹੀ ਡੈਮੋਕ੍ਰੇਟਸ ਨੇ ਜਿਹੜੇ ਟਰੰਪ ਪ੍ਰਸ਼ਾਸਨ ਦੇ ਵੇਲੇ ਉਹਨਾਂ ਨੂੰ ਜਿਹੜੀਆਂ ਉਹ ਚੰਗੀਆਂ ਗਾਲਾਂ ਕੱਢਦੇ ਰਹੇ ਆ ਵੀ ਦੇਖੋ ਜੀ ਨਿਆਣਿਆਂ ਨੂੰ ਤੁਸੀਂ ਇੱਦਾਂ ਜੇਲ੍ਹਾਂ 'ਚ ਬੰਦ ਕੀਤਾ ਆ, ਇਨਹਿਊਮਨ ਕੰਡੀਸ਼ਨਸ ਆ। ਤੇ ਹੁਣ ਰਿਪੋਰਟਾਂ ਜਿਹੜੀਆਂ ਆ ਰਹੀਆਂ ਵੀ 10 ਦਿਨ ਤੋਂ ਵੱਧ ਹੋ ਗਏ ਆ ਕਈ ਨਿਆਣਿਆਂ ਨੂੰ ਜਿਹੜੇ ਉੱਥੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਜਿਹੜੇ ਆ ਉਹ ਡੱਕੇ ਹੋਏ ਹੈਗੇ ਨੇ। ਸੋ ਡੈਮੋਕ੍ਰੇਟ ਤੇ ਬਾਈਡਨ ਪ੍ਰਸ਼ਾਸਨ ਇਸ ਟਾਈਮ ਬਹੁਤ ਹੀ ਜ਼ਿਆਦਾ ਤੱਤੇ ਪਾਣੀ ਦੇ ਵਿੱਚ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਫਸਿਆ ਪਿਆ ਹੈਗਾ। ਬਿਲਕੁਲ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਪ੍ਰੈਜ਼ੀਡੈਂਟ ਬਾਈਡਨ ਨੇ ਦਿੱਤੀਆਂ ਸੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਉਹ ਜਿਹੜੀਆਂ ਆ ਉਹ ਗਲਤ ਸਾਬਤ ਹੋਈਆਂ ਜਿਹੜੀਆਂ ਉਹ, ਕਿਉਂਕਿ ਉਹਦੇ 'ਚ ਕੀ ਆ ਵੀ ਉਹ ਕਹਿੰਦੇ ਵੀ ਬਾਰਡਰ ਦੇ ਉੱਤੇ ਲੋਕਾਂ ਦਾ ਆਉਣਾ ਬਹੁਤ ਵੱਧ ਗਿਆ। ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਹੈਗੇ ਆ ਐਲਹੈਂਡਰੋ ਮਿਊਰਕਸ ਉਹ US ਸਦਰਨ ਬਾਰਡਰ ਨੂੰ ਵਿਜ਼ਿਟ ਕਰਨ ਜਾਣਗੇ ਫਾਈਨਲੀ। ਤੇ ਇੱਕ ਓਹਾਇਓ ਦੇ ਰਿਪਬਲਿਕਨ ਜਿਹੜੇ ਹੈਗੇ ਆ ਸੈਨੇਟਰ ਉਹ ਵੀ ਉਹਨਾਂ ਨਾਲ ਜਾ ਰਹੇ ਆ। ਫਰਵਰੀ ਮਹੀਨੇ 'ਚ ਕਹਿੰਦੇ ਵੀ 1 ਲੱਖ ਵੱਧ ਲੋਕ ਜਿਹੜੇ ਆ ਫੜੇ ਗਏ ਹੈਗੇ ਬਾਰਡਰ ਦੇ ਉੱਤੇ, ਜਿਹੜੇ ਫੜ ਕੇ ਫਿਰ ਇਹਨਾਂ ਨੇ ਉਹਨਾਂ ਨੂੰ ਲੈ ਕੇ ਗਏ ਹੈਗੇ ਜਿੱਥੇ ਵੀ ਜੇਲ੍ਹਾਂ 'ਚ ਲੈ ਕੇ ਜਾਂਦੇ ਹੈਗੇ ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰਨ ਨੂੰ ਜਾਂ ਡਿਪੋਰਟ ਕਰਨ ਲਈ। 28% ਇਨਕਰੀਜ਼ ਹੋਇਆ ਇਲੀਗਲ ਇਮੀਗ੍ਰੇਸ਼ਨ ਬਾਰਡਰ 'ਤੇ ਜਨਵਰੀ ਨਾਲੋਂ। ਜੀ ਬਿਲਕੁਲ। ਸੋ ਇੱਕ ਇਨਸਾਨੀਅਤ ਦੇ ਤੌਰ ਦੇ ਉੱਤੇ ਤੁਹਾਡਾ ਅਜਿਹਾ ਬਿਆਨ ਆਉਣਾ ਵੀ ਅਸੀਂ ਲੋਕਾਂ ਨੂੰ ਵੈਲਕਮ ਕਰਦੇ ਹਾਂ ਉਹ ਤਾਂ ਚੰਗਾ ਆ, ਲੋਕੀ ਉਸ ਨੂੰ ਵੈਲਕਮ ਵੀ ਕਰਨਗੇ, ਪਰ ਸਥਿਤੀ ਨੂੰ ਨਾਲ ਦੇ ਨਾਲ ਕਾਬੂ ਕਰਨਾ ਵੀ ਜਿਹੜਾ ਉਹ ਜ਼ਰੂਰੀ ਸੀ। ਆਪਾਂ EDD ਦਾ ਮਸਲਾ ਦੇਖਿਆ ਹਰਜੋਤ ਸਿੰਘ ਜੀ ਕੋਵਿਡ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਦੇ ਲਈ ਉਹਨਾਂ ਨੇ ਅਨਇੰਪਲੋਇਮੈਂਟ ਤੇ ਹੋਰ ਸਾਰੀਆਂ ਚੀਜ਼ਾਂ ਕੀਤੀਆਂ, ਪਰ ਦੇਖੋ ਮਿਲੀਅਨਸ ਬਿਲੀਅਨਸ ਆਫ ਡਾਲਰ ਦਾ ਇਸ ਦੇ ਵਿੱਚ ਹੇਰ-ਫੇਰ ਹੋਈ। ਹੁਣ ਨਾਈਜੀਰੀਆ ਦੇ ਵਿੱਚ ਤੁਸੀਂ ਦੇਖੋ ਵੀ ਕੈਲੀਫੋਰਨੀਆ ਦੀ EDD ਦੇ $10 ਮਿਲੀਅਨ ਜਿਹੜਾ ਕੋਈ ਲੈ ਗਿਆ ਤੇ 2 ਜਣਿਆਂ ਨੇ ਮਿਲ ਕੇ ਉਹ ਮਿਲੀ ਭੁਗਤ ਕਰਕੇ ਕੀਤਾ ਸੀ। ਤੇ ਜਦੋਂ ਜਿਹੜਾ ਉੱਥੇ ਬੈਠਾ ਬੰਦਾ ਇੱਕ ਜ਼ਿਆਦਾ ਲਾਲਚੀ ਹੋ ਗਿਆ ਉਹਨੇ ਦੂਜੇ ਨੂੰ ਹਿੱਸਾ ਨਹੀਂ ਦਿੱਤਾ ਤਾਂ ਉਹਨੇ FBI ਨੂੰ ਕਾਲ ਕੀਤੀ, ਭਾਈ ਦੇਖੋ ਜੀ ਇੱਦਾਂ ਅਸੀਂ ਤੁਹਾਡੇ ਜਿਹੜੇ EDD ਦੇ ਜਿਹੜੇ ਜਾਲੀ ਕਲੇਮ ਕਰਕੇ ਜਿਹੜਾ ਉੱਥੇ ਲੈ ਗਏ 10 ਮਿਲੀਅਨ ਦੇ ਕਲੇਮ ਲਾਏ ਆ ਵੀ ਮੈਨੂੰ 50% ਹਿੱਸਾ ਨਹੀਂ ਦਿੱਤਾ। ਸੋ ਜੇ ਕੈਲੀਫੋਰਨੀਆ ਦੀ ਗੱਲ ਕਰ ਰਹੇ ਹਾਂ, ਕੈਲੀਫੋਰਨੀਆ 'ਚ $20 ਬਿਲੀਅਨ ਜਿਹੜਾ ਆ ਫਰੋਡ ਗਿਆ ਆ ਅਨਪਲਾਇਮੈਂਟ ਦੇ ਵਿੱਚ, ਲੋਕਾਂ ਨੇ ਫਰੋਡ ਭਰਿਆ।
ਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਉਹ ਐਨ ਇੱਕ ਤਰ੍ਹਾਂ ਦੇ ਨਾਲ ਕਾਫੀ ਤੱਤੀ ਸੀਟ ਤੇ ਨਜ਼ਰ ਆ ਰਹੇ ਆ। ਇੱਕ ਤਾਂ ਅਨਪਲਾਇਮੈਂਟ ਨੂੰ ਲੈ ਕੇ, ਇੱਕ ਅੱਜ ਜਿਹੜੀ ਨਵੀਂ ਰਿਪੋਰਟ ਆਈ ਆ ਕਹਿੰਦੇ ਵੀ ਕੈਲੀਫੋਰਨੀਆ USA 'ਚ ਇੱਕ ਤਰ੍ਹਾਂ ਨਾਲ ਸਭ ਤੋਂ ਮਾੜੀ ਸਟੇਟ ਆ ਵੈਕਸੀਨ ਡਿਸਟਰੀਬਿਊਟ ਕਰਨ ਦੇ ਮਾਮਲੇ 'ਚ। 5 ਸਟੇਟਾਂ USA ਦੇ ਵਿੱਚ ਆਈਆਂ ਉਹਨਾਂ ਏਰੀਆ 'ਚ ਜਿੱਥੇ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਕਾਫੀ ਪਾਏ ਗਏ ਹੈਗੇ ਆ। ਸਾਡੇ ਈਸਟ ਸੈਨ ਹੋਜ਼ੇ ਹੋਰ ਜਿਹੜੇ ਕਈ ਫ੍ਰਿਜ਼ਨੋ ਲਾਸ ਐਂਜਲਸ ਏਰੀਏ 'ਚ ਉਹ ਜਿਹੜੀ ਡਿਸਟਰੀਬਿਊਸ਼ਨ ਕਹਿੰਦੇ ਬਹੁਤ ਘੱਟ ਆ, ਜਿੰਨੀ ਹੋਣੀ ਚਾਹੀਦੀ ਸੀ ਨਹੀਂ ਹੋਈ ਹੈਗੀ। ਸੋ 5 ਸਟੇਟਾਂ 'ਚ ਕੈਲੀਫੋਰਨੀਆ, ਪੂਰੇ USA 'ਚ ਕੈਲੀਫੋਰਨੀਆ ਵਰਸਟ ਸਟੇਟ ਆਇਆ ਆ। ਇਹਦੇ ਨਾਲ 4 ਸਟੇਟਾਂ ਹੋਰ ਆਈਆਂ, ਕੈਂਸਸ, ਮੈਰੀਲੈਂਡ, ਆਈਡਾਹੋ ਤੇ ਨਿਊ ਹੈਂਪਸ਼ਾਇਰ। ਜੀ ਜੀ ਬਿਲਕੁਲ। ਉੱਦਾਂ ਇਹਨਾਂ ਨੇ 13 ਮਿਲੀਅਨ ਜਿਹੜੇ ਹਰਜੋਤ ਸਿੰਘ ਜੀ ਵੈਕਸੀਨ ਡਿਸਟਰੀਬਿਊਟ ਕੀਤੀਆਂ ਹੈ ਕੈਲੀਫੋਰਨੀਆ ਦੇ ਵਿੱਚ। ਹੁਣ ਤੱਕ ਤਾਂ ਸਭ ਤੋਂ ਵੱਡਾ ਅੰਕੜਾ ਜਿਹੜਾ ਅਮਰੀਕਾ ਦੇ ਵਿੱਚ ਕਿਸੇ ਸੂਬੇ ਦਾ ਇਹ ਜ਼ਰੂਰ ਹੈਗਾ ਆ। ਪਰ ਅੱਜ ਕੱਲ੍ਹ ਹੀ ਜਿਹੜੀਆਂ ਖਬਰਾਂ ਆ ਰਹੀਆਂ ਸੀ ਸੈਂਟਾ ਕਲਾਰਾ ਕਾਊਂਟੀ ਦੀ, ਜਿੱਥੇ ਰਾਈਟ ਨਾਓ ਅਸੀਂ ਬੈਠ ਕੇ ਪ੍ਰੋਗਰਾਮ ਕਰ ਰਹੇ ਹਾਂ, ਕਹਿੰਦੇ ਹਜ਼ਾਰਾਂ ਹੀ ਲੋਕਾਂ ਦੀਆਂ ਅਪਾਇੰਟਮੈਂਟਸ ਉਹਨਾਂ ਨੂੰ ਰੱਦ ਕਰਨੀਆਂ ਪਈਆਂ। ਕਾਰਨ ਉਸ ਦੇ ਪਿੱਛੇ ਆ ਵੀ ਉਹਨਾਂ ਨੂੰ ਵੈਕਸੀਨ ਜਿਹੜੀਆਂ ਪੂਰੀਆਂ ਬਰਾਮਦ ਨਹੀਂ ਹੋਈਆਂ। ਉੱਦਾਂ ਜਿਹੜੇ 100 ਦਿਨਾਂ ਦੇ ਵਿੱਚ 100 ਮਿਲੀਅਨ ਵੈਕਸੀਨ ਲਾਉਣ ਦਾ ਇਹਨਾਂ ਨੇ ਟੀਚਾ ਮਿੱਥਿਆ ਸੀਗਾ ਬਾਈਡਨ ਪ੍ਰਸ਼ਾਸਨ ਨੇ। ਉਹ ਕਹਿੰਦੇ ਵੀ ਉਸ ਤੋਂ ਕੁਛ ਹਫ਼ਤੇ ਪਹਿਲਾਂ ਹੀ ਜਿਹੜਾ ਉਹਨਾਂ ਨੇ ਟੀਚੇ ਨੂੰ ਜਿਹੜਾ ਉਹ ਸਰ ਕਰ ਲੈਣਾ ਆ। ਸੋ ਹੋਪਫੁਲੀ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਵੱਧ ਤੋਂ ਵੱਧ ਦੁਨੀਆ ਜਿਹੜੀ ਆ ਉਹ ਵੈਕਸੀਨੇਟ ਹੋ ਜਾਊਗੀ ਅਤੇ ਫਿਰ ਸਾਰਾ ਕੁਛ ਪਹਿਲੋਂ ਦੇ ਵਾਂਗੂ ਹੋ ਜਾਊਗਾ। ਅਗਲੀ ਜਿਹੜੀ ਵਾਈਟ ਹਾਊਸ ਦੀ ਇੱਕ ਨਵੀਂ ਪਾਲਿਸੀ ਜਿਹੜੀ ਸਾਹਮਣੇ ਆਈ ਆ, ਜਿਹੜੇ ਵਾਈਟ ਹਾਊਸ ਦੇ ਹੈਗੇ ਨੇ ਪ੍ਰੈਸ ਸਕੱਤਰ ਜੈਨ ਪੈਸਕੀ, ਉਹਨਾਂ ਨੇ ਜਿਹੜਾ ਕਿਹਾ ਵੀ ਕੁਛ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਆਈਦਰ ਰਿਜ਼ਾਈਨ ਕਰਨ ਦੇ ਲਈ ਆਖਿਆ ਗਿਆ ਆ ਅਤੇ ਜਾਂ ਵਰਕ ਫਰੋਮ ਰਿਮੋਟ ਜਿਹੜਾ ਉਹ ਕਰਨ ਦੇ ਲਈ ਆਖਿਆ ਗਿਆ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਆ ਉਹ ਇਤਿਹਾਸ ਦੇ ਵਿੱਚ ਦੱਸਿਆ ਵੀ ਉਹਨਾਂ ਨੇ ਪਹਿਲੋਂ marijuana ਜਿਹੜੀ ਆ ਉਸ ਨੂੰ ਯੂਜ਼ ਕੀਤਾ ਸੀਗਾ। ਹੁਣ ਆਈ ਥਿੰਕ ਮੈਨੂੰ ਜਿੰਨਾ ਕਿ ਯਾਦ ਆ ਵਾਈਸ ਪ੍ਰੈਜ਼ੀਡੈਂਟ ਜਿਹੜੇ ਸਾਡੇ ਆ ਉਹਨਾਂ ਨੇ ਵੀ ਇਸ ਦੇ ਯੂਜ਼ ਦੇ ਬਾਰੇ ਜਿਹੜੀ ਇੱਕ ਵਾਰੀ ਦੱਸਿਆ ਸੀਗਾ ਵੀ ਮੈਂ ਯੂਜ਼ ਜਿਹੜਾ ਉਹ ਕੀਤਾ ਆ, ਕਿ ਉਹਨਾਂ ਨੂੰ ਵੀ ਵਰਕ ਫਰੋਮ ਹੋਮ ਜਿਹੜਾ ਉਹ ਹੁਣ ਕਰਵਾਇਆ ਜਾਊਗਾ ਜਾਂ ਉਹਨਾਂ ਨੂੰ ਰਿਜ਼ਾਈਨ ਕਰਨ ਦੇ ਲਈ ਆਖਿਆ ਜਾਊਗਾ। ਇਹ ਹੁਣ ਦੇਖੋ ਵੱਡੇ ਸਵਾਲ ਆ। ਉਹਨਾਂ ਨੇ ਜਿਹੜੇ ਪੱਤਰਕਾਰਾਂ ਨੇ ਜਦ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਪਲੇ ਡਾਊਨ ਕਰਨ ਦੀ ਇਸ ਦੇ ਬਾਰੇ ਗੱਲ ਕੀਤੀ। ਕਹਿੰਦੇ ਨਹੀਂ, ਇਹ ਇੱਕ ਇਸ ਤਰੀਕੇ ਦੇ ਨਾਲ ਇਹ ਮਸਲਾ ਜਿਹੜਾ ਉਹ ਪਹਿਲਾਂ ਦਾ ਸੀਗਾ। ਸੋ ਇਹ ਪਾਲਿਸੀ ਦੇ ਤਹਿਤ ਇਹਨਾਂ ਨੂੰ ਵਰਕ ਫਰੋਮ ਹੋਮ ਰਿਮੋਟਲੀ ਵਰਕ ਕਰਨ ਦੇ ਲਈ ਅਤੇ ਜਾਂ ਫਿਰ ਉਹਨਾਂ ਨੂੰ ਰਿਜ਼ਾਈਨ ਕਰਨ ਦੇ ਲਈ ਆਖਿਆ ਗਿਆ ਆ। ਹੋ ਸਕਦਾ ਕਈਆਂ ਨੂੰ ਜਿਹੜਾ ਉਹਨਾਂ ਨੇ ਸਸਪੈਂਡ ਵੀ ਜਿਹੜਾ ਉਹ ਕੀਤਾ ਹੋਵੇ। ਬਿਲਕੁਲ ਸਰੋਤਿਆਂ ਨੂੰ ਦੱਸਦੀ ਜਾਈਏ, ਕਈ ਸਟੇਟਾਂ ਦੇ ਵਿੱਚ marijuana ਜਿਹੜਾ ਉਹ ਲੀਗਲ ਆ, ਪਰ ਫੈਡਰਲ ਲੈਵਲ 'ਤੇ ਇਲੀਗਲ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਤੰਗ ਹੁੰਦੇ ਰਹਿੰਦੇ ਆ, ਬਹੁਤ ਕਾਲਾਂ ਆਉਂਦੀਆਂ ਤੁਹਾਨੂੰ ਵੀ ਜੀ ਤੁਹਾਡਾ ਸੋਸ਼ਲ ਸਿਕਿਉਰਿਟੀ ਚੋਰੀ ਹੋ ਗਿਆ ਆ, ਜਾਂ ਤੁਹਾਨੂੰ ਜਿਹੜੀ ਇਲੈਕਟ੍ਰੀਸਿਟੀ ਦੇ ਬਿੱਲ 50% ਆਫ ਕਰ ਦਾਂਗੇ। ਇਹ ਸਾਰਾ ਕੁਛ ਇੰਡੀਆ ਦੇ ਵਿੱਚ ਜਿਹੜੇ ਬੈਠੇ ਹੈਗੇ ਆ ਲੋਕ ਫਰਾਡਸਟਰ ਉਹ ਕਰ ਰਹੇ ਹੈਗੇ ਆ। ਕੱਲ੍ਹ US ਦੀ ਜਿਹੜੀ ਆ FBI ਨੇ ਇੰਡੀਆ ਦੀ ਪੁਲਿਸ ਨਾਲ ਰਲ ਕੇ ਗੁੜਗਾਉਂ ਦੇ ਵਿੱਚ ਇੱਕ ਸਾਹਿਲ ਨਾਰਿੰਗ ਨਾਮ ਦਾ 29 ਸਾਲਾਂ ਦਾ ਨੌਜਵਾਨ ਫੜਿਆ, ਜਿਸ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਬਾਹਰਲੇ ਲੋਕਾਂ 'ਚ ਉਹਨਾਂ ਨੂੰ ਡਰਾ ਕੇ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਮਸਲਾ ਆ ਜਾਂ ਤੁਹਾਡੀ ਸੋਸ਼ਲ ਸਿਕਿਉਰਿਟੀ ਚੋਰੀ ਹੋ ਗਈ ਆ, ਉਹਨਾਂ ਤੋਂ ਪੈਸੇ ਲਏ ਸੀ। ਸੋ ਬਿਲਕੁਲ ਆਪਾਂ ਪਹਿਲਾਂ ਵੀ ਕਹਿੰਦੇ ਰਹਿੰਦੇ ਆ, ਤੁਸੀਂ ਆਪਣੇ ਕਾਂਗਰਸਮੈਨ ਸੈਨੇਟਰ ਨੂੰ ਈਮੇਲ ਕਰੋ ਜਦੋਂ ਤੁਹਾਨੂੰ ਕਾਲ ਆਉਂਦੀ ਆ ਵੀ ਦੇਖੋ ਜੀ ਇਹ ਸਾਰੀਆਂ ਆਉਂਦੀਆਂ ਇੰਡੀਆ ਤੋਂ ਆ, ਇੰਡੀਆ ਦੀ ਸਰਕਾਰ ਨਾਲ ਗੱਲ ਕਰੋ, ਨਹੀਂ ਤਾਂ ਉਹਨਾਂ ਨੂੰ ਕਹੋ ਵੀ ਅਸੀਂ ਤੁਹਾਡੇ ਨਾਲ ਬਿਜ਼ਨਸ ਕਰਨਾ ਬੰਦ ਕਰਨਾ ਜਦ ਤੱਕ ਤੁਸੀਂ ਇਹਨੂੰ ਰੋਕਦੇ ਨਹੀਂ ਹੈ। ਕਿੰਨਾ ਜਿਹੜਾ ਪੈਸਾ ਆ ਅਮਰੀਕਨ ਲੋਕਾਂ ਦਾ ਉਹ ਵਿਚਾਰੇ ਡਰ ਦੇ ਮਾਰੇ 'ਚ ਲੁੱਟ ਕੇ ਲੈ ਜਾਂਦੇ ਆ। ਜੀ ਬਿਲਕੁਲ। ਅਤੇ ਇਹ ਵੀ ਦੱਸਦੇ ਜਾਈਏ, ਕੱਲ੍ਹ ਕੁਛ ਜਿਹੜੇ ਅਮਰੀਕੀ ਜਿਹੜੇ ਕਾਂਗਰਸਮੈਨ ਹੈਗੇ ਆ, ਲੀਡਰਸ ਆ, ਉਹਨਾਂ ਨੇ ਜਿਹੜੇ ਐਂਥਨੀ ਬਲਿੰਕਨ ਹੈਗੇ ਆ, ਸਕੱਤਰ ਹੈਗੇ ਨੇ ਸਟੇਟ ਦੇ, ਉਹਨਾਂ ਨੂੰ ਚਿੱਠੀ ਜਿਹੜੀ ਲਿਖ ਕੇ ਆਖਿਆ ਵੀ ਜਿਹੜਾ ਭਾਰਤ ਦੇ ਵਿੱਚ ਇਸ ਟਾਈਮ ਮਸਲਾ ਫਾਰਮਰ ਪ੍ਰੋਟੈਸਟ ਦਾ ਜਿਹੜਾ ਉਹ ਚੱਲ ਰਿਹਾ ਆ ਉਸ ਦੇ ਬਾਰੇ ਜਿਹੜੀ ਉਹ ਤੁਹਾਨੂੰ ਗੱਲ ਕਰਨੀ ਚਾਹੀਦੀ ਹੈਗੀ ਆ। ਸੈਨੇਟਰ ਆਈ ਥਿੰਕ ਬੌਬ ਮਨੈਂਡਜ਼ ਉਹਨਾਂ ਦੇ ਦੁਆਰਾ ਇਸ ਚਿੱਠੀ ਨੂੰ ਜਿਹੜਾ ਉਹ ਲਿਖਿਆ ਗਿਆ। ਕੁਛ ਹੋਰ ਜਿਹੜੇ ਸੈਨੇਟਰਸ ਆ ਉਹਨਾਂ ਦੇ ਨਾਲ ਜਿਹੜੇ ਉਹ ਮਿਲ ਕੇ, ਅਤੇ ਇਹ ਇੱਕ ਸੀਨੀਅਰ ਸੈਨੇਟਰ ਹੈਗੇ ਨੇ ਨਿਊ ਜਰਸੀ ਤੋਂ, ਅਤੇ ਉਹਨਾਂ ਨੇ ਇਸ ਮੁੱਦੇ ਨੂੰ ਜਿਹੜਾ ਹੁਣ ਅੱਗੇ ਚੱਕਿਆ ਹੈਗਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਾਈਡਨ ਪ੍ਰਸ਼ਾਸਨ ਦੇ ਉੱਤੇ ਇਹ ਜਿਹੜਾ ਦਬਾਅ ਹੌਲੀ ਹੌਲੀ ਜਿਹੜਾ ਉਹ ਵੱਧ ਰਿਹਾ ਹੈ। ਇਹ ਇਸੇ ਦੇ ਕਰਕੇ ਹੀ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਜਿੰਨੇ ਉਹ ਆਪਣੇ ਲਾਅ ਮੇਕਰਸ ਆ ਉਹਨਾਂ ਤੱਕ ਅਪਰੋਚ ਕਰਨਗੇ ਤਾਂ ਫਿਰ ਉਹ ਅੱਗੇ ਤੋਂ ਅੱਗੇ ਜਿਹੜਾ ਦਬਾਅ ਜਿਹੜਾ ਉਹ ਵਧਾਉਣਗੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਮੁੱਦਾ ਜਿਹੜਾ ਉਹ ਚੱਕਿਆ ਜਾਵੇ। ਪਰ ਬੀਤੇ ਦਿਨਾਂ ਦੇ ਵਿੱਚ 4 ਮੁਲਕਾਂ ਦੀ ਹੋਈ ਗੱਲਬਾਤ ਦੇ ਵਿੱਚ, ਜਿਸ ਦੇ ਵਿੱਚ ਭਾਰਤ ਵੀ ਸੀਗਾ ਅਤੇ ਅਮਰੀਕਾ ਵੀ ਸੀਗਾ, ਜੋ ਬਾਈਡਨ ਅਤੇ ਨਰਿੰਦਰ ਮੋਦੀ ਹੁਣੀ ਜਿਹੜੇ ਆ ਉਹ ਆਪਸ 'ਚ ਗੱਲਬਾਤ ਕਰ ਰਹੇ ਸੀ। 2 ਹੋਰ ਮੁਲਕਾਂ ਦੇ ਜਿਹੜੇ ਉਹਨਾਂ ਦੇ ਪ੍ਰੀਮੀਅਰ ਜਿਹੜੇ ਹਿਸਾਬ ਦੇ ਨਾਲ ਗੱਲ ਕਰ ਰਹੇ ਸੀ, ਉਸ ਦੇ ਵਿੱਚ ਜਿਹੜੇ ਇਹਨਾਂ ਨੇ ਕੋਈ ਮੁੱਦਾ ਨਹੀਂ ਚੱਕਿਆ ਜਿਹੜੇ ਫਾਰਮਰਸ ਪ੍ਰੋਟੈਸਟ ਦਾ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਹੈਗਾ ਆ।
ਅਗਲੀ ਗੱਲ ਖਬਰ ਵੱਲ ਚਲੀਏ। ਫਿਨਲੈਂਡ ਦੁਨੀਆ ਦੇ ਵਿੱਚ ਪਹਿਲਾ ਮੁਲਕ ਇੱਕ ਵਾਰੀ ਫੇਰ ਆਇਆ ਵੀ ਇੱਥੇ ਜਿਹੜਾ ਵਰਲਡ ਦਾ ਸਭ ਤੋਂ ਹੈਪੀਐਸਟ ਕੰਟਰੀ ਹੈਗੀ। ਖੁਸ਼ੀ ਵਾਲੇ ਆ। ਈਵਨ ਦੋ ਕਹਿੰਦੇ ਕਰੋਨਾ ਵਾਇਰਸ ਦੇ ਕੇਸ ਉੱਥੇ ਵੀ ਕਾਫੀ ਆਏ ਸੀ, ਪਰ ਨਵੇਂ ਸਰਵੇ ਦੇ ਮੁਤਾਬਕ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਜਿਹੜਾ ਦੁਨੀਆ ਦਾ ਸਭ ਤੋਂ ਖੁਸ਼ ਰਹਿਣ ਵਾਲਾ ਮੁਲਕ ਆ ਜਾਂ ਉੱਥੇ ਦੇ ਵਸਿੰਦੇ ਆ ਉਹ ਫਿਨਲੈਂਡ ਹੈਗਾ ਆ। ਇਸੇ ਤਰ੍ਹਾਂ USA ਦੇ ਵਿੱਚ ਕਾਫੀ ਸ਼ਹਿਰਾਂ ਨੂੰ ਜਿਹੜਾ ਪਿਕ ਕੀਤਾ ਗਿਆ ਸੀ ਤੇ ਫਰੀਮੌਂਟ ਜਿਹੜਾ ਆ ਪਹਿਲੇ 2-3 ਸ਼ਹਿਰਾਂ ਦੇ ਵਿੱਚ ਆਇਆ ਵੀ ਇੱਥੇ ਦੇ ਲੋਕ ਜਿਹੜੇ ਖੁਸ਼ ਰਹਿੰਦੇ ਆ। ਪਹਿਲੇ 2 ਦਿਨ ਨਹੀਂ, ਬਿਲਕੁਲ ਅਵਲ ਨੰਬਰ ਤੇ ਆਇਆ ਜੀ। ਫਸਟ ਜਿਹੜਾ ਨੰਬਰ 1 ਸਿਟੀ ਜਿਹੜੀ ਫਰੀਮੌਂਟ ਜਿਹੜੀ ਉਸ ਦੇ ਵਿੱਚ ਆਈ ਹੈਗੀ ਆ। ਤੇ ਇੱਕ ਆਪਣੇ ਸਰੋਤਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਆ, ਫੇਸਬੁੱਕ ਦੇ ਉੱਤੇ ਜਦੋਂ ਵੀ ਜਾਂਦੇ ਆ ਨਾ ਲੋਕੀ ਆਪਣਾ COVID-19 ਦਾ ਵੈਕਸੀਨੇਸ਼ਨ ਰਿਕਾਰਡ ਜਿਹੜਾ ਉਹ ਫੋਟੋ ਖਿੱਚ ਕੇ ਪਾ ਦਿੰਦੇ ਆ। ਪਾਓ, ਪਰ ਆਪਣਾ ਭਾਈ ਡੇਟ ਆਫ ਬਰਥ ਲਗਾ ਕੇ ਰੱਖੋ, ਹੈ ਨਾ। ਤੁਸੀਂ ਫਿਰ ਕਹਿਣਾ ਵੀ ਮੇਰੇ ਨਾਂ ਦੇ ਉੱਤੇ ਆਹ ਹੋ ਗਿਆ, ਆਹ ਹੋ ਗਿਆ। ਤੁਸੀਂ ਜਾਣ ਬੁੱਝ ਕੇ ਆਪਣੀ ਜਿਹੜੀ ਜਾਣਕਾਰੀ ਹੈ ਸਾਰੀ ਕੁਛ ਜਿਹੜੀ ਉਹ ਜਨਤਕ ਕਰ ਰਹੇ ਆ। ਲੋਕੀ ਇੱਥੇ ਆਪਣੀ ਪ੍ਰਾਈਵੇਸੀ ਦੇ ਲਈ, ਨਿੱਜਤਾ ਦੇ ਲਈ ਇੰਨਾ ਕੁਛ ਜਿਹੜਾ ਉਹ ਲਿਖਾ ਕੇ ਰੱਖਦੇ ਆ, ਤੇ ਤੁਸੀਂ ਆਪਣਾ ਨਾਮ ਤੇ ਡੇਟ ਆਫ ਬਰਥ ਸਾਰਾ ਕੁਛ ਹੀ ਜਿਹੜਾ ਫੇਸਬੁੱਕ ਦੇ ਉੱਤੇ ਪਾਈ ਜਾਂਦੇ। ਕੱਲ੍ਹ ਨੂੰ ਤੁਹਾਡੇ ਨਾਂ ਦੇ ਉੱਤੇ ਕਿਸੇ ਨੇ ਲੋਨ ਲੈਣਾ ਹੋਵੇ, ਆਈ ਨੋ SSN ਨਹੀਂ ਹੈਗਾ, ਪਰ ਉਹ ਵੀ ਕਿਤੇ ਗਾਹੇ ਬਗਾਹੇ ਪਤਾ ਲੱਗ ਸਕਦਾ ਹੁੰਦਾ ਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਿਰਪਾ ਕਰਕੇ ਨਾ ਕਰਿਆ ਕਰੋ। ਕਈ ਥਾਵਾਂ ਦੇ ਉੱਤੇ SSN ਦੀ ਜ਼ਰੂਰਤ ਨਹੀਂ, ਨਾਮ ਤੇ ਡੇਟ ਆਫ ਬਰਥ ਹੀ ਜਿਹੜਾ ਉਹ ਇਨਫ ਹੁੰਦਾ ਹੈ। ਸੋ ਉਸ ਨੂੰ ਲਿਖਾ ਕੇ ਜਿਹੜਾ ਉਹ ਤੁਸੀਂ ਰੱਖੋ। ਕੋਈ ਜਿਹੜਾ ਹੈ ਕੋਈ ਗੱਲ ਨਹੀਂ, ਤੁਸੀਂ ਲਵਾ ਲਿਆ ਚੰਗੀ ਗੱਲ ਆ, ਤੁਸੀਂ ਉਸ ਨੂੰ ਪਾ ਦਿਓ, ਪਰ ਉਸ ਨੂੰ ਲਿਖਾ ਦਿਆ ਕਰੋ। ਆਪਣਾ ਡੇਟ ਆਫ ਬਰਥ ਐਟਲੀਸਟ ਜਿਹੜਾ ਉਸ ਦੇ ਵਿੱਚ ਲਿਖਾ ਦਿਆ ਕਰੋ। ਦੇਖੋ ਸੋਸ਼ਲ ਮੀਡੀਆ ਦੀ ਕਮਾਲ ਆ। ਜਦੋਂ ਆਪਾਂ ਛੋਟੇ ਹੁੰਦੇ ਸੀ ਉੱਥੇ ਲੋਦੇ ਲੱਗਦੇ ਹੁੰਦੇ ਸੀ, ਲੋਕ ਭੱਜਦੇ ਹੁੰਦੇ ਸੀ ਵੀ ਕੋਈ ਲਾਗੇ ਨਾ ਆਵੇ। ਇੱਥੇ ਹੁਣ ਹੱਸਦੇ ਫੋਟੋ ਪਾ ਦਿੰਦੇ ਆ। ਜੀ ਨਹੀਂ, ਉਹ ਤਾਂ ਚਲੋ ਚੰਗੀ ਗੱਲ ਆ। ਵੈਕਸੀਨੇਟ ਕਰਾਓ, ਵੱਧ ਤੋਂ ਵੱਧ ਜਿਹੜੇ ਵੈਕਸੀਨੇਟ ਕਰਾਓ, ਕੋਈ ਐਸੀ ਗੱਲ ਨਹੀਂ ਆ। ਜਾਂ ਤਾਂ ਫਿਰ ਉਹਦੇ ਥੱਲੇ ਮੈਸੇਜ ਵੀ ਲਿਖੋ ਨਾ, ਪ੍ਰਮੋਟ, ਹਾਂ ਮੈਂ ਵੀ ਲਵਾ ਲਿਆ, ਤੁਸੀਂ ਵੀ ਲਵਾਓ। ਨਹੀਂ, ਉਹ ਲਿਖੋ, ਪਰ ਆਪਣਾ ਡੇਟ ਆਫ ਬਰਥ ਲਿਖਾਓ। ਮੈਂ ਇਸ ਪੱਖ ਤੋਂ ਜਿਹੜਾ ਉਹ ਦੱਸ ਰਿਹਾ, ਆਪਾਂ ਤੁਹਾਨੂੰ ਜਿਹੜਾ ਸ਼ੇਅਰ ਕਰਨ ਤੋਂ ਨਹੀਂ ਰੋਕਦੇ, ਪਰ ਆਪਣੀ ਜਿਹੜੀ ਨਿੱਜੀ ਇਨਫੋਰਮੇਸ਼ਨ ਆ ਉਸ ਨੂੰ ਪਲੀਜ਼ ਜਿਹੜਾ ਉਹ ਤੁਸੀਂ ਲਿਖਾ ਕੇ ਰੱਖਿਆ ਕਰੋ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੁਝ ਸੈਨੇਟਰਸ ਹੁਣ ਇਸ ਟਾਈਮ ਡਰੇ ਹੋਏ ਆ, ਕਿਉਂਕਿ ਫਿਲਬਸਟਰ ਨੂੰ ਜਿਹੜਾ ਰਿਫਾਰਮ ਦੀ ਜਿਹੜੀ ਇਸ ਟਾਈਮ ਡੈਮੋਕ੍ਰੇਟਸ ਜਿਹੜੀ ਗੱਲ ਕਰ ਰਹੇ ਆ, ਜਿਹੜੇ ਡੈਮੋਕ੍ਰੇਟ ਸੈਨੇਟਰਸ ਹੀ ਨਹੀਂ, ਜਿਹੜੇ ਕਾਂਗਰਸਮੈਨ ਵੀ ਹੈਗੇ, ਕਿਉਂਕਿ 2022 ਦੇ ਵਿੱਚ ਹੁਣ ਇਲੈਕਸ਼ਨਾਂ ਜਿਹੜੀਆਂ ਆਉਣੀਆਂ, ਜਿਸ ਦੇ ਵਿੱਚ ਸਾਰੀਆਂ ਜਿਹੜੀਆਂ ਕਾਂਗਰਸ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਹਾਊਸ ਦੀਆਂ, ਉਸ ਦੇ ਉੱਤੇ ਜਿਹੜੀਆਂ ਚੋਣਾਂ ਹੋਣੀਆਂ, ਇਟ ਵਿਲ ਬੀ ਆਰਮੈਗੈਡਨ, ਯਾਨੀ ਕਿ ਬਿਲਕੁਲ ਤਹਿਸ ਨਹਿਸ ਜਿਹੜੀ ਆ ਡੈਮੋਕ੍ਰੇਟਸ ਆ ਉਹ ਹੋ ਸਕਦੇ ਆ। ਮਿਡ ਟਰਮ ਦੇ ਵਿੱਚ ਉਹਨਾਂ ਨੂੰ ਬੈਕਲੈਸ਼ ਦੀ ਪੂਰੀ ਸੰਭਾਵਨਾ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸੋ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਫਿਲਬਸਟਰ ਨੂੰ ਮੋਡੈਸਟ ਕਰਨ ਦੇ ਲਈ ਉਸ ਦੀ ਕਹਿ ਲਓ ਵੀ ਪਾਵਰ ਨੂੰ ਥੋੜ੍ਹਾ ਘਟਾਉਣ ਦੀ ਜਿਹੜੀ ਉਹ ਹਮਾਇਤ ਕੀਤੀ ਆ। ਅਤੇ ਜਿਹੜੇ ਸੀਨੀਅਰ ਡੈਮੋਕ੍ਰੇਟ ਸੈਨੇਟਰਸ ਹੈਗੇ ਆ, ਉਹ ਤਾਂ ਚਾਹੁੰਦੇ ਆ ਵੀ ਇੱਦਾਂ ਹੋਣ, ਪਰ ਡੈਮੋਕ੍ਰੇਟ ਸੈਨੇਟਰ ਜੈਫ ਮਰਕਲੀ ਜਿਹੜੇ ਆ, ਉਹਨਾਂ ਨੇ ਕਿਹਾ ਵੀ ਇਹ ਸਾਡੇ ਲਈ ਜਿਹੜਾ ਕਾਫੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਨੁਕਸਾਨ ਦੇ ਜਿਹੜਾ ਉਹ ਸਾਬਤ ਹੋ ਸਕਦਾ ਹੈ। ਸੋ ਰਾਈਟ ਨਾਓ ਤਾਂ ਹਾਊਸ ਦੇ ਵਿੱਚ ਇਹਨਾਂ ਦੀ ਮੈਜੋਰਟੀ ਆ, ਅਤੇ ਜਿਹੜਾ ਹਰਜੋਤ ਸਿੰਘ ਜੀ ਸੈਨੇਟ ਦੇ ਵਿੱਚ ਬਰਾਬਰਤਾ ਆ। ਹੁਣ ਜਾਰਜੀਆ ਦੀਆਂ ਇਲੈਕਸ਼ਨਾਂ ਜਿਹੜੀਆਂ 2, ਕਿਉਂਕਿ ਉਹ ਸਪੈਸ਼ਲ ਇਲੈਕਸ਼ਨ ਸੀਗੀਆਂ, ਉਹ ਦੁਬਾਰਾ ਜਿਹੜੇ 2 ਸੈਨੇਟਰ ਦੀਆਂ ਰੇਸਾਂ ਆਉਣੀਆਂ ਆ। ਕੁੱਲ ਜਿਹੜੀਆਂ 34 ਸੈਨੇਟ ਦੀਆਂ ਜਿਹੜੀਆਂ ਆ ਸੀਟਾਂ ਦਾ ਦੇ ਉੱਤੇ ਜਿਹੜੀਆਂ ਉਹ ਲੱਗਣੀਆਂ, ਜਿਨ੍ਹਾਂ ਦੇ ਵਿੱਚ 20 ਆਈ ਥਿੰਕ ਰਿਪਬਲਿਕਨਸ ਜਿਹਦੇ ਉੱਤੇ ਇਸ ਟਾਈਮ ਹੈਗੇ ਨੇ, ਅਤੇ 14 ਜਿਹੜੇ ਡੈਮੋਕ੍ਰੇਟਸ ਹੈਗੇ ਨੇ। ਸੋ ਤੁਸੀਂ ਦੇਖੋ ਵੀ ਬਹੁਤ ਕੁਛ ਦਾ ਦੇ ਉੱਤੇ ਜਿਹੜਾ ਦੋਨਾਂ ਹੀ ਪਾਰਟੀਆਂ ਦਾ ਲੱਗਣਾ ਵੀ ਕੌਣ ਕਿੱਥੇ ਜਿਹੜਾ ਮੈਜੋਰਟੀ ਲੈ ਕੇ ਜਾਊਗਾ। ਇੱਦਾਂ ਦੇ ਲਿਆਂਦੇ ਗਏ ਜਿਹੜੇ ਪ੍ਰੋਗਰਾਮਸ ਆ, ਰਿਫਾਰਮਸ ਆ, ਜਾਂ ਜੋ ਮਰਜ਼ੀ ਉਸ ਨੂੰ ਕਹਿ ਲਓ ਵੀ ਇਹ ਏਜੰਡੇ ਦਾ ਅਸਰ ਜਿਹੜਾ ਉਹਨਾਂ ਇਲੈਕਸ਼ਨਾਂ ਦੇ ਉੱਤੇ ਕਾਫੀ ਵੱਡੇ ਪੱਧਰ ਦੇ ਉੱਤੇ ਹੋਵੇਗਾ। ਬਿਲਕੁਲ, ਮਿਚ ਮਕੌਨਲ ਕਹਿੰਦੇ ਆ ਵੀ ਇਹ ਸਵਿੰਗ ਜਿਹੜਾ ਉੱਧਰ ਵੀ ਜਾ ਸਕਦਾ ਆ, ਸੋ ਇਹ ਮਾੜਾ ਹੋਊਗਾ। ਸੋ ਇਹਦੇ ਨਾਲ ਕੀ ਹੋਣਾ ਵੀ ਮੰਨ ਲਓ ਪ੍ਰੈਜ਼ੀਡੈਂਟ ਇੱਕ ਪਾਰਟੀ ਦਾ, ਜੇ 51 ਦੂਸਰੀ ਪਾਰਟੀ ਦੇ ਹੋ ਗਿਆ, ਉਹਦਾ ਫਿਰ ਕਰਨੇ ਨਹੀਂ ਦਊਗੇ ਕੁਛ ਵੀ। ਇਹ ਬੜੇ ਧਿਆਨ ਨਾਲ ਦੇਖਣਾ ਹੀ ਪੈਣਾ ਆ, ਸਾਰਿਆਂ ਨੂੰ ਸਮਝਣਾ ਪੈਣਾ ਵੀ ਉਸ ਦਾ ਕੀ ਫਾਇਦਾ ਤੇ ਕੀ ਨੁਕਸਾਨ ਜਿਹੜੇ ਉਸ ਦੇ ਹੁੰਦੇ ਆ। ਚਾਈਨਾ ਦੀ ਮਿਲਟਰੀ ਅੱਜ ਕਹਿੰਦੀ ਆ ਵੀ ਅਸੀਂ ਜਿਹੜੀ ਟੈਸਲਾ ਕਾਰਾਂ ਆ ਉਹ ਅਸੀਂ ਬੈਨ ਕਰ ਦੇਣੀਆਂ ਹੈਗੀਆਂ। ਇੱਥੇ ਰੱਖ ਕਹਿੰਦੇ ਵੀ ਉਹਨਾਂ ਦੇ ਸੈਂਸਰ ਤੇ ਕੈਮਰੇ ਲੱਗੇ ਹੋਏ ਆ, ਉਹਦੇ ਨਾਲ ਜਿਹੜਾ ਸਾਡੇ ਮੁਲਕ ਦੀ ਇਨਫੋਰਮੇਸ਼ਨ ਆ ਬਾਹਰ ਕਿਤੇ ਜਾ ਸਕਦੀ ਹੈਗੀ ਆ। ਜੀ ਬਿਲਕੁਲ, ਸਾਨੂੰ ਬਾਰ-ਬਾਰ ਬਹੁਤ ਸਾਰੀਆਂ ਕਾਲਸ ਸਟਿਮੂਲਸ ਚੈੱਕਸ ਨੂੰ ਲੈ ਕੇ ਆਉਂਦੀਆਂ। ਅਸੀਂ ਆਪਣੇ ਸਰੋਤਿਆਂ ਦੀ ਜਾਣਕਾਰੀ ਹਿੱਤ ਲਈ ਦੁਬਾਰਾ ਦੱਸਣਾ ਚਾਹੁੰਦੇ ਹਾਂ, IRS ਦੀ ਵੈਬਸਾਈਟ 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰੋ। ਸਾਡੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੁੰਦੀ, ਉਸ ਦੇ ਵਿੱਚ ਤੁਸੀਂ ਆਪਣਾ SSN, ਡੇਟ ਆਫ ਬਰਥ ਅਤੇ ਉਹ ਸਾਰੀ ਇਨਫੋਰਮੇਸ਼ਨ ਪਾ ਕੇ ਜਿਹੜੀ ਆ ਉਹ ਚੈੱਕ ਕਰਨਾ ਹੈ ਵੀ ਤੁਹਾਡਾ ਉਹਨਾਂ ਨੇ ਚੈੱਕ ਇਸ਼ੂ ਕਰਤਾ ਆ, ਨਹੀਂ ਕਰਤਾ ਆ, ਜਾਂ ਡਾਇਰੈਕਟ ਡਿਪੋਜ਼ਿਟ ਹੋ ਗਏ ਆ ਜਾਂ ਨਹੀਂ ਹੋ ਗਏ ਆ। ਸੋ irs.gov irs.gov ਦੇ ਉੱਤੇ ਜਾ ਕੇ ਉਹ ਆਪਣੀ ਗੈਟ ਮਾਈ ਪੇਮੈਂਟ ਦੇ ਉੱਤੇ ਜਾ ਕੇ ਜਾਣਕਾਰੀ ਜਿਹੜੀ ਹਾਸਲ ਕਰੋ। ਚੈੱਕ ਸਾਨੂੰ ਸਰਕਾਰ ਨੇ ਇਹ ਡਿਊਟੀ ਨਹੀਂ ਦਿੱਤੀ ਵੀ ਤੁਸੀਂ ਭਾਈ ਚੈੱਕ ਜਿਹੜਾ ਵੰਡੋ, ਅਸੀਂ ਤੁਹਾਨੂੰ ਸਿਰਫ ਜਾਣਕਾਰੀ ਜਿਹੜੀ ਉਹ ਉਹਦੇ 'ਚ ਅਸੀਂ ਬਹੁਤ ਪੋਜ਼ੀਟਿਵ ਵਧੀਆ ਜਾਣਕਾਰੀ ਦਿੰਦੇ ਹਾਂ। ਇੱਕ ਤਾਂ ਇਹ ਆ ਵੀ ਪਿਛਲੀ ਵਾਰੀ ਵੀ ਬਹੁਤ ਕਾਲਾਂ ਆਈਆਂ ਸੀਆਂ ਵੀ ਸਾਡੇ ਜਿਹੜੇ ਨਿਆਣੇ ਆ 18 ਤੋਂ 26 ਸਾਲ ਦੇ, ਅਸੀਂ ਉਹਨਾਂ ਨੂੰ ਕਲੇਮ ਕੀਤਾ, ਉਹਨਾਂ ਦੇ ਪੈਸੇ ਨਹੀਂ ਮਿਲੇ। ਸੋ ਉਹਨਾਂ ਦੇ ਤੁਸੀਂ ਸੈਪਰੇਟ ਟੈਕਸ ਐਜ਼ ਏ ਨੌਨ ਫਾਈਲਰ ਫਾਰਮ ਕਰਕੇ ਭਰ ਸਕਦੇ ਜੇ ਤੁਸੀਂ ਪੈਸੇ ਲੈਣੇ ਆ।
ਤੇ ਦੂਸਰੇ ਨੰਬਰ ਤੇ ਬਹੁਤ ਸਾਰੇ ਜਿਹੜੇ ਲੋਕ ਆ 65 ਸਾਲ ਤੋਂ ਥੱਲੇ, ਜੇ ਤੁਸੀਂ ਕੰਮ ਨਹੀਂ ਕੀਤਾ 2 ਸਾਲ ਜਾਂ 65 ਤੋਂ ਉੱਤੇ ਆ, ਜਾਂ ਤੁਹਾਡੀ ਉਨੀ ਇਨਕਮ $12,400 ਤੋਂ ਘੱਟ ਸੀ, ਤੁਹਾਨੂੰ ਫਾਈਲ ਨਹੀਂ ਕਰਨਾ ਪੈਂਦਾ ਟੈਕਸ। ਸੋ ਉਹਦੇ ਲਈ ਤੁਸੀਂ ਕੀ ਕਰ ਸਕਦੇ, ਇੱਕ IRS ਨੌਨ ਫਾਈਲਰ ਫਾਰਮ ਹੁੰਦਾ ਆ, ਉਹ ਭਰ ਸਕਦੇ ਆ, ਫਿਰ ਤੁਹਾਨੂੰ ਉਹ ਜਿਹੜੇ ਪੈਸੇ ਆ ਜਾਣੇ ਹੈਗੇ। ਜੀ ਬਿਲਕੁਲ। ਹੁਣ ਕਾਲੇ ਨਾ ਪਾਓ, ਜਦੋਂ ਜੇ ਪਹਿਲੋਂ ਮਿਲੇ ਸੀ ਤੇ ਮੁੜ ਦੁਬਾਰਾ ਮਿਲ ਜਾਣਗੇ। ਤੇ ਬਾਕੀ ਆਪਣੇ ਜਦੋਂ ਹੁਣ ਤੁਸੀਂ ਇਸ ਸਾਲ ਪਿਛਲੇ ਸਾਲ ਦਾ ਜਿਹੜਾ ਹੁਣ ਟੈਕਸ ਭਰਨਾ ਹੈ, ਆਪਣੇ ਜਿਹੜਾ ਤੁਹਾਡਾ CPA ਆ ਜਾਂ ਅਕਾਊਂਟੈਂਟ ਆ ਉਸ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰੋ ਵੀ ਆਹ ਜਿਹੜੀ ਸਮੱਸਿਆ ਸਾਡੇ ਲਈ ਆ, ਉਹਨੂੰ ਤੁਸੀਂ ਇਹੀ ਚੀਜ਼ਾਂ ਦੇ ਜਿਹੜੇ ਆ ਉਹ ਤੁਸੀਂ ਪੇ ਕਰਦੇ ਹੋ। ਸੋ ਉਹ ਚੀਜ਼ਾਂ ਦੀ ਸਰਵਿਸ ਜਿਹੜੀ ਆ ਉਹਨਾਂ ਤੋਂ ਤੁਸੀਂ ਜ਼ਰੂਰ ਲਓ। ਅੱਜ ਉੱਦਾਂ ਹਰਜੋਤ ਸਿੰਘ ਜੀ ਇਸ ਟਾਈਮ ਇੱਕ ਵੀਡੀਓ ਬਹੁਤ ਵਾਇਰਲ ਚੱਲ ਰਹੀ ਆ, ਸਾਡੇ ਮੌਜੂਦਾ ਰਾਸ਼ਟਰਪਤੀ ਬਾਈਡਨ ਉਹ 에ਅਰਫੋਰਸ 1 ਦੇ ਉੱਤੇ ਚੜ੍ਹਨ ਲੱਗੇ ਸੀ, ਵਿੱਚ ਸਟੰਬਲ ਕਰਕੇ ਡਿੱਗ ਪਏ ਸੀਗੇ ਤੇ ਬਾਅਦ ਦੇ ਵਿੱਚ ਉੱਠ ਕੇ ਜਿਹੜੇ ਖੜੇ ਹੋ ਕੇ ਤਾਂ ਬਾਅਦ 'ਚ ਉੱਤੇ ਜਾ ਕੇ ਉਹਨਾਂ ਨੇ ਸਲੂਟ ਜ਼ਰੂਰ ਮਾਰਿਆ ਫੌਜੀਆਂ ਨੂੰ, ਪਰ ਜਿਹੜੇ ਵਿਰੋਧੀਆਂ ਨੇ ਤਾਂ ਜ਼ਰੂਰ ਜਿਹੜਾ ਉਸ ਨੂੰ ਗੱਲ ਨੂੰ ਜਿਹੜਾ ਉਹ ਚੱਕਣਾ ਹੀ ਸੀਗਾ। ਸੋ ਇਸ ਟਾਈਮ ਜਿਹੜਾ ਉਹ ਆਪਾਂ ਨੂੰ ਇਹ ਚੀਜ਼ ਵੀ ਦੇਖਣ ਨੂੰ ਮਿਲ ਰਹੀ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ, ਪਲੀਜ਼ ਵੱਧ ਤੋਂ ਵੱਧ ਤੁਸੀਂ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ ਜੀ। ਤੁਹਾਡੇ ਇੰਡੀਆ 'ਚ ਵੀ, ਕਿਤੇ ਵੀ ਦੁਨੀਆ 'ਚ ਜਿਹੜੇ ਵੀ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਇਸ਼ੂਜ਼ ਹੁੰਦੇ ਆ, ਇਮੀਗ੍ਰੇਸ਼ਨ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਹੈਲਥ ਨੂੰ ਲੈ ਕੇ ਆਪਾਂ ਡਿਸਕਸ ਕਰਦੇ ਹਾਂ, ਤਾਂ ਕਿ ਜਿਹੜੇ ਤੁਹਾਡੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਫਾਇਦਾ ਹੋ ਸਕੇ, ਤੇ ਜਿਹੜਾ ਸਾਡਾ ਵੀ ਜਿਹੜਾ ਸਾਥ ਆ ਉਹ ਸਾਡੇ ਵੀ ਪਰਿਵਾਰਕ ਮੈਂਬਰਾਂ 'ਚ ਵਾਧਾ ਹੋ ਸਕੇ। ਜੀ ਬਿਲਕੁਲ। ਤੇ ਰੋਜ਼ਾਨਾ ਸਿੱਖ ਹਿਸਟਰੀ ਦੀ ਵੀਡੀਓਜ਼ ਜਿਹੜੀਆਂ ਆ ਉਹਦੇ 'ਤੇ YouTube Facebook ਦੋਨਾਂ ਦੇ ਉੱਤੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਆ। ਅਪਡੇਟ ਅਮਰੀਕਾ ਦੇ ਦੋਨੋਂ ਪ੍ਰੋਗਰਾਮ, ਖਬਰ ਤੇ ਨਜ਼ਰ ਦੇ ਦੋਨੋਂ ਪ੍ਰੋਗਰਾਮ, ਸੋ ਸਾਰੇ ਪ੍ਰੋਗਰਾਮ, ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ, ਹਾਸੇ ਚਾਰੇ ਪਾਸੇ ਵੀ, ਨਜ਼ਰੀਆ ਵੀ, ਉਹ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਉੱਥੇ ਜਿਹੜਾ ਪਾਇਆ ਜਾਂਦਾ ਆ। ਸੋ ਜਿਹੜੇ ਮਿਸ ਕਰ ਜਾਂਦੇ ਹੁੰਦੇ ਨੇ ਉਹ ਉੱਥੇ ਜਿਹੜੇ ਪ੍ਰੋਗਰਾਮ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਸੁਣ ਸਕਦੇ ਨੇ। ਸੋ ਜ਼ਰੂਰ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਜਿਹੜੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰੋ। YouTube ਦੇ ਉੱਤੇ ਜਾ ਕੇ youtube.com ਦੇ ਉੱਤੇ ਜਾ ਕੇ ਤੁਸੀਂ ਉੱਤੇ ਸਰਚ ਦੇ ਵਿੱਚ ਪੰਜਾਬੀ ਰੇਡੀਓ USA ਸਰਚ ਕਰਨਾ ਹੈ ਤੇ ਫਿਰ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਨਾ, ਘੰਟੀ ਦੇ ਉੱਤੇ ਜਿਹੜਾ ਉਹ ਨੱਪ ਦੇਣਾ, ਤਾਂ ਜੋ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਤੇ ਤੁਸੀਂ ਉਹ ਜਿਹੜੀ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਸਕਦੇ ਹਾਂ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। 12:30 ਵਜੇ ਜਿਹੜਾ ਕੱਲ੍ਹ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਗਰਾਮ ਸ਼ਾਮ ਨੂੰ ਕੀਤਾ ਗਿਆ ਸੀ, ਉਸ ਦਾ ਮੁੜ ਪ੍ਰਸਾਰਨ ਜਿਹੜਾ ਉਹ ਚੈਨਲ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ ਆਵੇਗਾ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ। ਤੇ ਕੱਲ੍ਹ ਨੂੰ ਸਵੇਰ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCV